ਦੀਵਾਨ ਟੋਡਰਮਲ ਜੀ ਦੀ ਗੱਲ ਕਰੀਏ, ਬੜੀਆਂ ਕੁਰਬਾਨੀਆਂ ਨੇ ਉਹਨਾਂ ਦੀਆਂ ਇਸ ਫਤਿਹਗੜ੍ਹ ਦੀ ਪਵਿੱਤਰ ਧਰਤੀ ਦੇ ਉੱਤੇ। ਤੁਸੀਂ ਉਹਨਾਂ ਦੇ ਵੰਸ਼ ਵਿੱਚੋਂ ਹੀ ਹੋ। ਕਿੰਨਵੀਂ ਪੀੜ੍ਹੀ ਚੱਲ ਰਹੀ ਹੈ ਜੀ? 10ਵੀਂ 11ਵੀਂ ਹੈਗੀ, 10ਵੀਂ ਕਿ 11ਵੀਂ। ਸਾਨੂੰ ਉਹਨਾਂ ਨਾਲ ਕੋਈ ਇਹ ਨਹੀਂ ਕਿ ਸਾਨੂੰ ਕੋਈ ਤਕਮਾ ਨਹੀਂ ਚਾਹੀਦਾ, ਨਾ ਸਾਨੂੰ ਤਕਮਾ ਚਾਹੀਦਾ ਨਾ ਚਾਹੀਦਾ। ਅਗਰ ਕੁਛ ਇਹ ਦੇਣਗੇ ਸਾਨੂੰ ਤਾਂ ਦੇਣਗੇ, ਅਸੀਂ ਜੋ ਵੀ ਸੇਵਾ ਉਸ ਦੀ ਕਰਨੇ ਆ ਕਰ ਦਿੰਦੇ ਹਾਂ। ਜੇ ਗੱਲ ਕਰੀਏ ਤਾਂ ਕਿੰਨਿਆਂ ਸਾਲਾਂ ਤੋਂ ਤੁਹਾਡੀ ਇਹ ਸੇਵਾ ਹੈ ਜਿਹੜੀ ਇਸ ਤਰ੍ਹਾਂ ਹੀ ਨਿਰੰਤਰ ਜਾਰੀ ਹੈ? 35 ਸਾਲ ਹੋ ਗਏ ਨੇ। ਅਸੀਂ ਕਿਸੇ ਨੂੰ ਨਹੀਂ ਦੱਸਿਆ। ਤੁਸੀਂ ਇਹ ਇੰਨੇ ਚੈਨਲ ਵਾਲੇ ਸਾਡੇ ਕੋਲ ਪਹਿਲੀ ਵਾਰ ਆਏ ਨੇ। ਅਸੀਂ ਇਸ ਵਾਸਤੇ ਬੋਰਡ ਵੀ ਲਗਾਉਣਾ ਉੱਤਮ ਨਹੀਂ ਸਮਝਦੇ, ਕਿਉਂਕਿ ਲੋਕ ਜਿਹੜੇ ਬੰਦੇ ਆਉਂਦੇ ਨੇ ਉਹ ਆ ਕੇ ਪੁੱਛਦੇ ਨੇ ਵੀ ਤੁਸੀਂ ਪੁੱਛ ਰਹੇ ਹੋ, ਅਸੀਂ ਕੀ ਲੈਣਾ ਤੁਹਾਡੇ ਕੋਲ। ਸਾਲ ਨਹੀਂ ਹੈ ਕੋਈ ਵੀ ਉਹਨਾਂ ਦੀ ਟੋਡਰਮਲ ਜੀ ਦੀ, ਉਸੇ ਨੂੰ ਅੱਗੇ ਚਲਾ ਰਹੇ ਆ ਬਾਬਾ ਗੁਰਮੁਖ ਸਿੰਘ जी दिल्ली वाले। जैसे महाराज ने रात गुजारी थी ना, जैसे वो ठंड में बैठे थे, वैसे यहाँ बैठ के महसूस करो महाराज का कि कैसे उन्होंने रात गुजारी है। पाया कैसे पानी के पास रात को ठंड में बैठे। वो लोग भूलते जा रहे हैं और चीज़ों पर ध्यान है लोगों का। ये दुकानें, ये शॉपिंग करना, ये सब यहाँ पे ये चीज़ें नहीं होनी चाहिए। किसी को पता ही नहीं है। ਅਸੀਂ ਹਰ ਮਹੀਨੇ ਆਉਂਦੇ ਹਾਂ ਇੱਥੇ, ਕਿਸੇ ਨੂੰ ਪਤਾ ਹੀ ਨਹੀਂ। ਅਸੀਂ ਦੱਸਦੇ ਹਾਂ ਆਏ, ਤੁਸੀਂ ਜਾਓਗੇ ਅੰਦਰ ਮੱਥਾ ਟੇਕਣ, ਤੁਹਾਡਾ ਕੋਈ ਪੁੱਛੇਗਾ ਕੋਈ? ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਸ ਪਵਿੱਤਰ ਸਥਾਨ ਦੇ ਉੱਤੇ ਮੌਜੂਦ ਹਾਂ, ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ, ਜਿੱਥੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਸ਼ਹੀਦੀ ਪ੍ਰਾਪਤ ਕਰ ਗਏ ਸੀ। ਦੀਵਾਨ ਟੋਡਰਮਲ ਜੀ, ਜਿਨ੍ਹਾਂ ਨੇ ਸੋਨੇ ਦੀਆਂ ਪਰਤਾਂ ਵਿਛਾ ਕੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਕਰਨ ਦੇ ਲਈ ਜਗ੍ਹਾ ਜਿਹੜੀ ਉਹ ਜਗ੍ਹਾ ਖਰੀਦੀ ਸੀਗੀ। ਉਹਨਾਂ ਦੇ ਹੀ ਦੀਵਾਨ ਟੋਡਰਮਲ ਜੀ ਦੇ ਪਰਿਵਾਰ ਵਿੱਚੋਂ, ਕਹਿ ਸਕਦੇ ਹਾਂ ਵੰਸ਼ ਵਿੱਚੋਂ, ਸਾਡੇ ਨਾਲ ਸੇਵਾਦਾਰ ਮੌਜੂਦ ਨੇ। ਉਹਨਾਂ ਦੇ ਵੰਸ਼ ਦੇ, ਉਹਨਾਂ ਦੇ ਪਰਿਵਾਰ ਦੇ ਮੈਂਬਰ ਕਹਿ ਸਕਦੇ ਹਾਂ। ਉਹਨਾਂ ਦੀ ਜਿਹੜੀ ਪੀੜ੍ਹੀ ਦਰ ਪੀੜ੍ਹੀ ਚੱਲਦੀ ਆ ਰਹੀ ਹੈ ਅੱਗੇ, ਉਸੇ ਪਰਿਵਾਰ ਦੇ ਵਿੱਚੋਂ ਸਾਡੇ ਨਾਲ ਬਾਬਾ ਜੀ ਗੁਰਮੁਖ ਜੀ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਉਹ ਸਾਡੇ ਨਾਲ ਇਸ ਟਾਈਮ ਜੁੜੇ ਹੋਏ ਨੇ। ਬਾਬਾ ਗੁਰਮੁਖ ਸਿੰਘ ਜੀ ਦਿੱਲੀ ਵਾਲੇ ਸਾਡੇ ਨਾਲ ਮੌਜੂਦ ਨੇ। ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਵਾਨ ਟੋਡਰਮਲ ਜੀ ਦੀ ਗੱਲ ਕਰੀਏ, ਬੜੀਆਂ ਕੁਰਬਾਨੀਆਂ ਨੇ ਉਹਨਾਂ ਦੀਆਂ ਇਸ ਫਤਿਹਗੜ੍ਹ ਦੀ ਪਵਿੱਤਰ ਧਰਤੀ ਦੇ ਉੱਤੇ। ਤੁਸੀਂ ਉਹਨਾਂ ਦੇ ਵੰਸ਼ ਵਿੱਚੋਂ ਹੀ ਹੋ। ਕਿੰਨਵੀਂ ਪੀੜ੍ਹੀ ਚੱਲ ਰਹੀ ਹੈ ਜੀ? 10ਵੀਂ 11ਵੀਂ ਹੈਗੀ, 10ਵੀਂ ਕਿ 11ਵੀਂ। ਹੁਣ ਅਸੀਂ ਇੰਨੇ ਧਿਆਨ ਤਾਂ ਨਹੀਂ ਆਇਆ ਸਾਨੂੰ, ਐਵੇਂ ਝੂਠ ਬੋਲੀਏ ਕਿ ਨਹੀਂ ਜੀ ਇੰਨੀ ਹੈ ਜੀ, ਪੱਕੀ ਹੈ। ਜੋ ਵੀ ਇਹ ਤੁਹਾਡੇ ਸਾਹਮਣੇ ਹਾਜ਼ਰ ਆ, ਸੇਵਾ 'ਚ ਲੱਗੇ ਆ, ਬਸ ਸੇਵਾ ਹੀ ਕਰਨੀ ਅਸੀਂ। ਸਾਨੂੰ ਉਹਨਾਂ ਨਾਲ ਕੋਈ ਇਹ ਨਹੀਂ ਕਿ ਸਾਨੂੰ ਕੋਈ ਤਕਮਾ ਨਹੀਂ ਚਾਹੀਦਾ, ਨਾ ਸਾਨੂੰ ਤਕਮਾ ਚਾਹੀਦਾ ਨਾ ਚਾਹੀਦਾ। ਅਗਰ ਕੁਛ ਇਹ ਦੇਣਗੇ ਸਾਨੂੰ ਤਾਂ ਦੇਣਗੇ, ਅਸੀਂ ਜੋ ਵੀ ਸੇਵਾ ਉਸ ਦੀ ਕਰਨੇ ਆ ਕਰ ਦਿੰਦੇ ਹਾਂ। ਜੋ ਮੰਗਦੇ ਨੇ, ਉਹ ਜੋ ਮੂੰਹ ਚੋਂ ਕਹਿਣ, ਅਸੀਂ ਹਾਜ਼ਰ ਹਾਂ। ਜੇ ਗੱਲ ਕਰੀਏ ਤਾਂ ਕਿੰਨਿਆਂ ਸਾਲਾਂ ਤੋਂ ਤੁਹਾਡੀ ਇਹ ਸੇਵਾ ਹੈ ਜਿਹੜੀ ਇਸ ਤਰ੍ਹਾਂ ਹੀ ਨਿਰੰਤਰ ਜਾਰੀ ਹੈ? 35 ਸਾਲ ਹੋ ਗਏ ਨੇ। ਅਸੀਂ ਕਿਸੇ ਨੂੰ ਨਹੀਂ ਦੱਸਿਆ। ਤੁਸੀਂ ਇਹ ਇੰਨੇ ਚੈਨਲ ਵਾਲੇ ਸਾਡੇ ਕੋਲ ਪਹਿਲੀ ਵਾਰ ਆਏ ਨੇ। ਅਸੀਂ ਇਸ ਵਾਸਤੇ ਬੋਰਡ ਵੀ ਲਗਾਉਣਾ ਉੱਤਮ ਨਹੀਂ ਸਮਝਦੇ, ਕਿਉਂਕਿ ਲੋਕ ਜਿਹੜੇ ਬੰਦੇ ਆਉਂਦੇ ਨੇ ਉਹ ਆ ਕੇ ਪੁੱਛਦੇ ਨੇ ਵੀ ਤੁਸੀਂ ਪੁੱਛ ਰਹੇ ਹੋ, ਅਸੀਂ ਕੀ ਲੈਣਾ ਤੁਹਾਡੇ ਕੋਲੋਂ। ਮੈਂ ਤਾਂ ਇਹ ਕਹਿੰਦਾ ਬਸ ਸੇਵਾ ਕਰੋ ਔਰ ਆਪਣਾ ਆਨੰਦ ਮਾਣੋ ਔਰ ਖੁਸ਼ੀਆਂ ਪ੍ਰਾਪਤ ਕਰੋ ਮਹਾਰਾਜ ਦੀਆਂ। ਇਸ ਤੋਂ ਇਲਾਵਾ ਮੈਨੂੰ ਕੁਝ ਨਹੀਂ ਚਾਹੀਦਾ ਤੁਹਾਡੇ ਕੋਲੋਂ। ਸੰਗਤ ਸਾਡਾ ਜਿਹੜੀ ਜੁੜੀ ਹੈ, ਸਾਰੀ ਸੰਗਤ ਕੋਲ ਪੁੱਛ ਲਓ, ਤੁਹਾਨੂੰ ਦੱਸ ਦੇਗੀ ਬਈ ਖੁਸ਼ ਨੇ ਜਾਂ ਨਾਰਾਜ਼ ਨੇ। ਜਦ ਦੀਆਂ ਮਨੋਕਾਮਨਾ ਪੂਰਨ ਹੋਈਆਂ ਨੇ ਕਿ ਨਹੀਂ ਹੋਈਆਂ, ਅਸੀਂ ਤਾਂ ਉਹਨਾਂ ਨੂੰ ਕਹਿ ਦਿੰਦੇ ਹਾਂ ਬਸ ਮਹਾਰਾਜ ਅਰਦਾਸ ਕਰਨੇ ਸੱਚੇ ਪਾਤਸ਼ਾਹ, ਇਹ ਮੇਰੇ ਮਹਾਰਾਜ ਜੀਓ, ਜਿੰਨੀ ਸਾਡੀ ਸਾਧ ਸੰਗਤ ਹੈ ਤੁਹਾਡੀ ਸੇਵਾ ਦੇ ਨਾਲ ਜੁੜੀ ਹੋਈ ਹੈ, ਇਹ ਤੁਹਾਡੇ ਸੇਵਾਦਾਰ ਨੇ, ਤੁਹਾਡੇ ਪੁੱਤਰ ਨੇ, ਇਹਨਾਂ ਦੇ ਘਰ ਬਰਕਤਾਂ ਪਾਉਣਾ, ਇਹਨਾਂ ਨੂੰ ਖੁਸ਼ ਰੱਖਣਾ ਬਸ। ਉਹ ਜਿਹਨੂੰ ਪੁੱਤਰ ਦੀ ਦਾਤ ਨਹੀਂ ਉਹਨੂੰ ਪੁੱਤਰ ਦੀ ਦਾਤ ਬਖਸ਼ਣਾ। ਇਹ ਮੇਰੀ ਭੈਣ ਬਣੀ ਹੈ, ਇਹਦੇ ਕੋਲ ਪੁੱਛ ਲਓ। ਇਹਨਾਂ ਦੇ ਘਰ ਬੇਟੀ ਲੜਕੀ ਹੈ ਮੇਰੀ, ਇਹਦੀ ਭੈਣ ਹੈ, ਮੇਰੀ ਲੜਕੀ ਹੈ। ਇਹ ਮੇਰਾ ਦਿਮਾਗ ਸਾਡਾ ਮਤਲਬ ਇੱਥੇ ਆ ਕੇ ਬਣੇ ਨੇ ਮੇਰੇ। ਇਹਨਾਂ ਦੇ ਘਰ ਬੱਚੇ ਨਹੀਂ ਸੀ। ਮੈਂ ਕਿਹਾ ਮਹਾਰਾਜ ਦੇਗਾ, ਸੇਵਾ ਕਰੋ। ਸੇਵਾ ਕੀਤੀ, ਬੱਚਾ ਪ੍ਰਾਪਤ ਹੋ ਗਿਆ। ਬਸ ਜਿਹਨੂੰ ਵੀ ਹੁੰਦਾ, ਇਹ ਸਾਡੇ ਅਫਸਰ ਨੇ, ਇਹ ਵੀ ਪੁਲਿਸ ਅਫਸਰ ਨੇ, ਇਹਨਾਂ ਦੀ ਵੀ ਦੇਖ ਲਓ, ਪੁੱਛ ਲਓ ਉਹਨਾਂ ਕੋਲੋਂ ਜੋ ਪੁੱਛਣਾ ਤੁਸੀਂ ਚਾਹੁੰਦੇ ਹੋ। ਨਹੀਂ ਹੋਰ ਇਹਨਾਂ ਕੋਲ ਇਹ ਤੇ ਅੱਜ ਆਏ ਨੇ। ਤੁਹਾਨੂੰ ਕੀ ਮਹਿਸੂਸ ਹੋ ਰਿਹਾ ਜੀ? ਗੱਲ ਕਰੋ। ਬਹੁਤ ਵਧੀਆ ਫੀਲ ਹੋ ਰਿਹਾ ਜੀ। ਕਿੱਦਾਂ ਪਤਾ ਲੱਗਿਆ ਸੀਗਾ ਇਸ ਜਗ੍ਹਾ ਬਾਰੇ ਵੀ ਇੱਥੇ ਬਾਬਾ ਜੀ ਰਹਿੰਦੇ ਨੇ? ਬਾਬਾ ਜੀ ਦਾ YouTube ਤੋਂ ਦੇਖ ਕੇ ਪਤਾ ਲੱਗਿਆ ਸੀਗਾ ਜੀ। ਬਹੁਤ ਵਧੀਆ ਸੇਵਾ ਕਰ ਰਹੇ ਨੇ ਜੀ। ਦੀਵਾਨ ਟੋਡਰਮਲ ਜੀ ਦੀ ਜੇ ਗੱਲ ਕਰੀਏ, ਬੜੀਆਂ ਕੁਰਬਾਨੀਆਂ ਨੇ। ਉਹਨਾਂ ਨੇ ਸੋਨੇ ਦੇ, ਕਹਿ ਸਕਦੇ ਆ ਕਿ ਤਗਮੇ ਵਿਛਾ ਕੇ, ਕਿ ਬਾਬਾ ਜੀ ਆਪਣੇ ਛੋਟੇ ਸਾਹਿਬਜ਼ਾਦਿਆਂ ਦੇ ਲਈ ਜਗ੍ਹਾ ਖਰੀਦੀ ਸੀ। ਜੀ ਬਹੁਤ ਵਧੀਆ ਕੀਤਾ ਸੀਗਾ ਜੀ। ਬਾਬਾ ਜੀ ਨੇ ਜਗ੍ਹਾ ਖਰੀਦੀ ਸੀਗੀ ਜੀ।
ਕੁਰਬਾਨੀ ਹੈ ਜੀ, ਮਿਸਾਲ ਨਹੀਂ ਹੈ ਕੋਈ ਵੀ ਉਹਨਾਂ ਦੀ ਟੋਡਰ ਮੱਲ ਜੀ ਦੀ। ਤੇ ਉਸੇ ਨੂੰ ਅੱਗੇ ਚਲਾ ਰਹੇ ਆ ਬਾਬਾ ਗੁਰਮੁਖ ਸਿੰਘ ਜੀ ਦਿੱਲੀ ਵਾਲੇ। ਤੇ ਨਿਸ਼ਕਾਮ ਸੇਵਾ ਸਾਰੀ ਰਸਦ ਉੱਥੋਂ ਦਿੱਲੀੋਂ ਲੈ ਕੇ ਆਉਂਦੇ ਆ, ਇੱਥੇ ਆ ਕੇ ਮਸਾਲੇ ਖੁਦ ਬਣਾਉਣਾ, ਫਿਰ ਖੁਦ ਲੰਗਰ ਤਿਆਰ ਕਰਨਾ, ਫਿਰ ਵਰਤਾਉਣਾ, ਔਰ ਕਿਸੇ ਕੋਲੋਂ ਇੱਕ ਪੈਸਾ ਨਹੀਂ ਲੈਣਾ। ਪਟਨਾ ਸਾਹਿਬ ਤੋਂ ਸ਼ੁਰੂ ਹੋਏ ਆ, ਫਿਰ ਚਾਂਦਨੀ ਚੌਂਕ, ਸ਼ੀਸ਼ਗੰਜ ਤੋਂ, ਉੱਥੋਂ ਆਰਡਰ ਹੋਇਆ ਇੱਥੇ ਜਾਓ, ਇੱਥੇ ਆ ਗਏ। ਹੁਣ 35 ਸਾਲਾਂ ਤੋਂ ਇੱਥੇ ਲੱਗੇ ਆ ਸੇਵਾ ਦੇ। ਬਾਬਾ ਜੀ ਜੇ ਦੇਖੀਏ ਤਾਂ ਕਹਿ ਸਕਦੇ ਹਾਂ ਕਿ ਟੋਡਰਮਲ ਦੀ ਜਿਹੜੀ ਹਵੇਲੀ ਇਸ ਟਾਈਮ ਉਹਨਾਂ ਦੇ ਉੱਥੇ ਦੇ ਹਾਲਾਤ ਕਿੱਦਾਂ ਦੇ ਨੇ ਦੇਖਣ ਨੂੰ? ਜੇ ਤੁਸੀਂ ਕੀ ਲੈਣਾ ਹੈ? ਸਾਡਾ ਕੋਈ ਮਤਲਬ ਸਾਡਾ ਉਹਦੇ ਨਾਲ ਕੋਈ ਮਤਲਬ ਨਹੀਂ ਜੀ। ਬਾਬਾ ਜੀ ਦੀ ਸਾਹਿਬਜ਼ਾਦਿਆਂ ਦੀ ਕਿਰਪਾ ਹੈ ਜੀ। ਇਹ ਹਵੇਲੀਆਂ ਤਾਂ ਸਿਰਫ ਯਾਦਗਾਰੀ ਰਹਿ ਗਈਆਂ ਨੇ, ਉਹਨਾਂ ਨੂੰ ਯਾਦ ਕਰਨ ਵਾਸਤੇ ਇੱਥੇ ਬਣੀਆਂ ਨੇ। ਉਹ ਉਹਨਾਂ ਨੂੰ ਕੋਈ ਮਤਲਬ ਨਹੀਂ। ਸਾਨੂੰ ਪਰ ਇੱਟਾਂ ਨਹੀਂ, ਸਿਆਸਤ ਨਾਲ ਕੋਈ ਮਤਲਬ ਨਹੀਂ। ਸਾਡਾ ਸਿਆਸਤ ਵਾਲਾ ਕੋਈ ਕੰਮ ਨਾ ਕਰੋ, ਨਾ ਸਾਨੂੰ ਪੁੱਛੋ, ਨਾ ਇਹ ਗੱਲ ਕਰੋ। पे आके ना रात गुजारो, जैसे महाराज ने रात गुजारी थी ना, जैसे वो ठंड में बैठे थे, वैसे यहाँ बैठ के महसूस करो महाराज का कि कैसे उन्होंने रात गुजारी है, कितना दुख पाया, कैसे पानी के पास रात को ठंड में बैठे। वो लोग भूलते जा रहे हैं और चीज़ों पर ध्यान है लोगों का। ये दुकानें, शॉपिंग करना, ये सब यहाँ पे ये चीज़ें नहीं होनी चाहिए। यहाँ ये शहादत दिवस है, ਸ਼ਹੀਦੀ ਦਿਵਸ ਕਹਿ ਦਿੰਦੇ ਆ, ਮਨਾਇਆ ਜਾਂਦਾ ਹੈ। यहाँ महाराज का मिलन है, मेला नहीं है। ये लोगों ने मेला बना दिया है। लोगों ने मेला बनाता, मिलन तो मेला बनाता है। ਇਹ ਲੋਕ ਜਿਹੜੇ ਨੇ, ਦੇਖੋ ਜਿੰਨੇ ਲੋਕ ਆਏ ਨੇ ਆ ਕੇ ਸਾਡੇ ਕੋਲ ਪੁੱਛੇ ਨੇ ਕੀ ਬਣਾਓਗੇ ਬਾਬਾ ਜੀ, ਕੀ ਕਰੋਗੇ ਬਾਬਾ ਜੀ। ਮੈਂ ਕਿਹਾ ਜੋ ਬਣਵਾਉਣਗੇ ਅਸੀਂ ਬਣਾ ਦਾਂਗੇ। ਸਾਨੂੰ ਅਸੀਂ ਜਿਹੜੇ ਸਮਾਨ ਵਿੱਚ ਪਾਉਂਦੇ ਆ ਨਾ, ਤੇ ਉਹ ਉਹਨਾਂ ਨੂੰ ਕਹਿ ਕੇ ਪਾਉਂਦੇ ਆ, ਬਈ ਦੇਖੋ ਤੁਸੀਂ ਪਾ ਰਹੇ ਹੋ, ਤੁਸੀਂ ਕਰ ਰਹੇ ਹੋ, ਸਾਡਾ ਕੁਝ ਨਹੀਂ ਜੇ। ਕੱਟੇਗਾ, ਖਰਾਬ ਹੋਏਗਾ ਤਾਂ ਵੀ ਤੁਹਾਡਾ, ਬੁੱਧੇਗਾ ਤਾਂ ਵੀ ਤੁਹਾਡਾ। ਤੇ ਅੱਜ ਤੱਕ ਤੇ ਲੰਗਰ ਕੱਢਿਆ ਨਹੀਂ। ਮਾਰੇ 30 ਸਾਲ 35 ਸਾਲ ਹੋ ਗਏ ਸਾਨੂੰ, 30 ਤੋਂ 35 ਦੇ ਕਰੀਬ 35 ਹੋ ਗਏ ਹੋਣਗੇ, ਬਲਕਿ 36 ਮੈਂ ਤੁਹਾਨੂੰ ਫਿਰ ਕੱਟ ਦੱਸ ਰਿਹਾ। ਅੱਜ ਤੱਕ ਕਦੀ ਤੁਸੀਂ ਉਹਨਾਂ ਖਾਧਾ? ਜਿੰਨੇ ਨੇ ਖਾਧਾ ਪੁੱਛ ਲਓ। ਗੁੰਗਾ ਗੁੜ ਖਾਏਗਾ ਤਾਂ ਕੀ ਪਤਾ ਲੱਗੇਗਾ, ਸਵਾਦ ਹੈ ਸੀ ਨਹੀਂ। ਤੁਹਾਡੇ ਪਰਿਵਾਰ ਦੀ ਗੱਲ ਕਰੀਏ ਤਾਂ ਇਹ ਸਭਾ ਵਾਲੇ ਦਿਨਾਂ 'ਚ ਇੱਥੇ ਨਤਮਸਤਕ ਹੋਣਾ ਹੁੰਦੇ ਹੋ ਜਾਂ ਲੰਗਰ ਜਾਂ ਪਹਿਲਾਂ? ਕਿਸੇ ਨੂੰ ਪਤਾ ਹੀ ਨਹੀਂ ਹੈਗਾ। ਅਸੀਂ ਹਰ ਮਹੀਨੇ ਆਉਂਦੇ ਹਾਂ ਇੱਥੇ, ਕਿਸੇ ਨੂੰ ਪਤਾ ਹੀ ਨਹੀਂ। ਅਸੀਂ ਦੱਸਦੇ ਹੋਣਾ ਆਏ, ਤੁਸੀਂ ਜਾਓਗੇ ਅੰਦਰ ਮੱਥਾ ਟੇਕਣ, ਤੁਹਾਡਾ ਕੋਈ ਪੁੱਛੇਗਾ ਕੋਈ ਤੂੰ ਕੌਣ ਹੈ? ਮੁਸਲਮਾਨ ਹੈ, ਹਿੰਦੂ ਹੈ, ਸਿੱਖ ਹੈ, ਈਸਾਈ ਹੈ। ਅਸੀਂ ਤਾਂ ਸਿਰਫ ਮਹਾਰਾਜ ਨੂੰ ਜਾਣਦੇ ਹਾਂ, ਕਲਗੀਧਰ ਪਾਤਸ਼ਾਹ ਨੂੰ, ਕਿ ਮੈਂ ਬਾਤ ਕਰੂੰ ਅੱਬ की ना तब की, ਤੇ ਗੋਬਿੰਦ ਸਿੰਘ ना होते तो सुन्नत होती सब की। यहाँ बिल्कुल साक्षात दर्शन हुए महाराज के, बिल्कुल यहाँ पे महाराज ने बिल्कुल साक्षात दर्शन दिए हैं। बस जिसको श्रद्धा थी उसको हो गए, जिसको नहीं थी वो रह गया। बिल्कुल साक्षात महाराज यहाँ आगे विराजमान हुए और बिल्कुल साक्षात जिस रूप में थे उसी रूप में दर्शन दिए। ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਬਾਬਾ ਜੀ ਗੁਰਮੁਖ ਸਿੰਘ ਜੀ ਸਫਾਈ ਕਰਾਓ। ਮੈਂ ਕਿਹਾ ਮਹਾਰਾਜ ਜੀ ਫਿਰ ਸਫਾਈ ਤੇ ਵੈਸੇ ਹੈਗੀ ਕੋਈ ਗੱਲ ਨਹੀਂ। ਕਹਿੰਦੇ ਨਹੀਂ ਅਸੀਂ ਆ ਰਹੇ ਹਾਂ ਤੁਹਾਡੇ ਕੋਲ। ਮੈਂ ਉੱਤਰ ਖੜਾ ਸੀ ਪਰੇ, ਉੱਥੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ। ਮੈਂ ਆ ਕੇ ਇਹਨਾਂ ਨੇ ਕਿਹਾ ਵੀ ਜਲਦੀ ਕਰੋ ਬਾਬਾ ਜੀ, ਸਾਰੇ ਸਫਾਈ ਕਰੋ, ਜਲਦੀ ਕਰੋ। ਇਹਨਾਂ ਨੇ ਕਿਹਾ ਬਾਬਾ ਜੀ ਪਾਗਲ ਹੋ ਗਏ ਨੇ। ਮੈਂ ਕਿਹਾ ਜੀ ਚਲੋ ਠੀਕ ਹੈ, ਪਾਗਲ ਹੀ ਠੀਕ ਆ, ਤੁਸੀਂ ਪਾਗਲ ਕਰ ਰਹੇ ਹੋ, ਪਾਗਲ। ਬੈਠੇ ਫਿਰ ਜਿਸ ਟਾਈਮ ਆ ਗਏ, ਮੈਂ ਕਿਹਾ ਦੇਖੋ ਆ ਗਏ ਮਹਾਰਾਜ ਜੀ। ਹੁਣ ਫਿਰ ਕੋਈ ਸਭ ਨੂੰ ਆਪਣਾ ਆਪਣਾ ਪੈ ਗਿਆ। महाराज के दर्शन हुए ना, ਦਰਸ਼ਨ बोलो क्या बोल? बाबा जी के दर्शन हुए ना, जो हुआ वो ਸੱਚ ਹੈ ਉਹਦਾ। हाँ जी, महाराज जी के दर्शन हुए सी। जो बाबा जी कहता भी बच्चे सुन भी निके निके बच्चों के रूप में दर्शन देंगे, वही गल कहना बाबा जी कहना सफाई कर लो। अभी सफाई करी उसी गल मूरे टेबल पे 7-8 साल का बच्चा वही खट्टी पगड़ी बनी हुई थी, वही उसे रूप में सानू दिखाई दिया। ਅਸੀਂ ਦਰਸ਼ਨ ਕਰਕੇ ਮਹਾਰਾਜ ਮਤਲਬ ਅੱਜ ਵੀ ਹਾਜ਼ਰ ਨੇ ਵਿੱਚ ਲੰਗਰ ਦੇ ਵਿੱਚ। ਕਹਿ ਸਕਦੇ ਹਾਂ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ। ਮੇਰੀ ਬੇਨਤੀ ਸੁਣ ਲਓ, ਇੱਕ ਮੇਰੀ ਬੇਨਤੀ ਸੁਣ ਲਓ, ਸਿਰਫ ਮੇਰੀ ਇੱਕ ਛੋਟੀ ਬੇਨਤੀ ਸੁਣ ਲਓ। ਉੱਥੋਂ ਦੀ ਲੈ ਕੇ ਕਰਨਾਲ ਤੋਂ ਲੈ ਕੇ ਦਿੱਲੀ ਤੋਂ ਕੋਲੋਂ ਲੈ ਕੇ ਇੱਥੇ ਲੰਗਰ ਨੇ, ਕਿਸੇ ਲੰਗਰ ਵਾਲੇ ਨੇ ਪੁੱਛ ਲਓ ਕਿ ਕੋਈ ਗਲਤ ਗੱਲ ਹੋਈ ਹੋਵੇ ਜਾਂ ਕਿਸੇ ਨੂੰ ਧੀਆਂ ਭੈਣਾਂ ਦੀ ਤਰਫ ਕੋਈ ਨੱਕ ਉਗਾ ਲਿਖਿਆ ਹੋਵੇ ਤੇ ਜਾਂ ਕਿਸੇ ਦੀ ਨੀਅਤ ਮਾੜੀ ਹੋਵੇ ਤਾਂ ਮੈਂ ਜ਼ਿੰਮੇਵਾਰ ਹਾਂ। ਮੈਂ ਤਾਂ ਮੇਰੇ ਸਾਹਿਬ ਜਿਹੜੇ ਨੇ ਬਰਾਜਮਾਨ ਨੇ ਇੱਥੇ, ਇਹ ਤੁਸੀਂ ਆਪਣਾ ਪੱਖ ਸਮਝੋ, ਇਹ ਨਾ ਸਮਝੋ ਉੱਥੇ ਚਲੇ ਗਏ ਨੇ, ਉਹ ਗਏ ਨਹੀਂ ਕਿਧਰੇ, ਇੱਥੇ ਹੀ ਨੇ, ਅੰਦਰ ਹੀ ਨੇ, ਨਹੀਂ ਸਮਝੇ। ਉਹਨਾਂ ਦੇ ਨਾਲ ਪਾਠ ਹੋ ਰਿਹਾ, ਜੋਤਾਂ ਜਗ ਰਹੀਆਂ ਨੇ, ਸਭ ਕੁਝ ਉਹਨਾਂ ਦਾ ਹੀ ਹੈ। ਇਹ ਆਪਣੀ ਜਾਨ ਦੇ ਗਏ ਨੇ, ਸ਼ਹਾਦਤ ਦੇ ਗਏ ਨੇ, ਆਪਣੀ ਜਾਨ ਦੇ ਕੇ ਸਾਨੂੰ ਲੋਕਾਂ ਨੂੰ ਬਚਾ ਗਏ ਨੇ। ਨਹੀਂ ਤਾਂ ਤੁਸੀਂ ਵੀ ਉਹੀ ਹੁੰਦੇ ਤੇ ਅਸੀਂ ਵੀ ਉਹੀ ਹੁੰਦੇ। ਮੇਰਾ ਕਹਿਣ ਦਾ ਮਤਲਬ ਇਹ ਕਿ ਸਿਰਫ ਇਹਨਾਂ ਦੀ ਕਿਰਪਾ ਨਾਲ, ਇਹਨਾਂ ਦੀ ਵਜ੍ਹਾ ਨਾਲ, ਇਹਨਾਂ ਦੀ ਮਿਹਰ ਨਾਲ ਸਾਰੇ ਕੰਮ ਹੋਏ ਨੇ। ਤੇ ਅਸੀਂ ਜਿਹੜੇ ਲੋਕ ਆ ਨਾ, ਇਹਨਾਂ ਨੂੰ ਭੁੱਲ ਰਹੇ ਹਾਂ। ਭੁੱਲਾਂਗੇ ਤਾਂ ਫਿਰ ਕਹਿੰਦੇ ਨੇ ਯਾਦ ਹੈ ਤਾਂ ਆਬਾਦ ਹੈ, ਭੁੱਲ ਗਿਆ ਤਾਂ ਬਰਬਾਦ ਹੈ। ਜੇ ਯਾਦ ਰੱਖੋਗੇ ਤੇ ਆਬਾਦ ਰਹੋਗੇ, ਸਦਾ ਸੁਖ ਪ੍ਰਾਪਤ ਕਰੋਗੇ। ਅੱਜ ਸਿੱਖ ਲੋਕ ਦੁਖੀ ਕਿਉਂ ਨੇ? ਇਸੇ ਵਜ੍ਹਾ ਕਰਕੇ ਕਿਉਂਕਿ ਇਹਨਾਂ ਦਾ ਦਿਮਾਗ ਹੀ ਕਿਧਰ ਹੋ ਰਿਹਾ। ਇੱਧਰ ਤੁਸੀਂ ਜੁੜੋ ਨਾ ਮਹਾਰਾਜ ਜੀ, ਆ ਕੇ ਜੁੜੋ, ਫਿਰ ਪਤਾ ਲੱਗੇ।
ਤੁਹਾਡੇ ਪਿਤਾ ਜੀ ਜਾਂ ਤੁਹਾਡੇ ਦਾਦਾ ਜੀ ਦੀ ਗੱਲ ਕਰੇ ਤਾਂ ਉਹ ਵੀ ਇਸੇ ਤਰ੍ਹਾਂ ਸੇਵਾ ਨਿਸ਼ਕਾਨ ਇਦਾਂ ਹੀ ਕਰਦੇ ਆ ਰਹੇ ਨੇ। ਉਹ ਦਿੱਲੀ 'ਚ ਸਾਡੇ ਫਾਦਰ ਸਾਹਿਬ ਸੇਵਾ ਕਰਦੇ ਸੀ, ਸਾਨੂੰ ਤਾਂ ਹੀ ਤਾਂ ਲਾਇਆ, ਜਾਗ ਲਾਈ ਉਹਨਾਂ ਨੇ। ਦੁੱਧ ਨੂੰ ਜਾਗ ਲੱਗੇਗੀ ਤਾਂ ਦਹੀਂ ਬਣੇਗਾ ਨਾ। ਸਾਨੂੰ ਉਹਨਾਂ ਨੇ ਸਮਝਾਇਆ ਇਸ ਤਰ੍ਹਾਂ ਸੇਵਾ ਕਰੋ, ਰੱਜ ਕੇ ਸੇਵਾ ਕਰੋ, ਤੁਸੀਂ ਇਸ ਪਰਿਵਾਰ 'ਚੋਂ, ਇਸ ਖਾਨਦਾਨ 'ਚੋਂ, ਔਰ ਅਗਰ ਸੇਵਾ ਕਰੋਗੇ ਅੱਗੋਂ ਪ੍ਰਾਪਤੀ ਹੋਏਗੀ ਤੁਹਾਨੂੰ। ਨਹੀਂ ਸਮਝੇ? ਜੇ ਗਰੀਬੀ, ਅਗਰ ਗਰੀਬ ਹੋਣਾ ਚਾਹੁੰਦੇ ਹੋ ਤਾਂ ਨਾ ਕਰੋ ਸੇਵਾ। ਜੇ ਉਹਨਾਂ ਨੂੰ ਮੰਨੋਗੇ ਤਾਂ ਬੱਲੇ ਬੱਲੇ ਹੋਏਗੀ। ਨਹੀਂ ਸਮਝੇ? ਦੀਵਾਨ ਟੋਡਰਮਲ ਜੀ ਦਾ ਇੱਕ ਭਰਾ ਵੀ ਕਿਹਾ ਜਾਂਦਾ ਸੀਗਾ ਕਿ ਉਹ ਵੀ ਉਹਨਾਂ ਦਾਰੂਮਲ ਜੀ, ਹਾਂ ਉਹ ਨਾਲ ਸੀ ਨਾ। ਉਹ ਵਿਚਾਰਾ ਉਹ ਕੀ ਕਰ ਸਕਦਾ ਸੀ? ਜੋ ਵਾਸੀ ਵੱਡੇ ਦੇ ਸੀ ਨਾ, ਛੋਟੇ ਵਾਸੀ, ਹੁਣ ਤੁਹਾਡਾ ਵੱਡਾ ਭਰਾ ਹੋਏਗਾ ਤਾਂ ਤੁਹਾਡੇ ਵਾਸ ਹੋਏਗਾ, ਉਹਦੇ ਵਾਸ ਹੋਏਗਾ, ਤੁਹਾਡੇ ਵਾਸ ਹੋਏਗਾ। ਤੁਸੀਂ ਕੋਈ ਜੋ ਇਹ ਕਰੇਗਾ ਮੈਂ ਤਾਂ ਉਹੀ ਕਰਾਂਗਾ। ਤਾਂ ਅੱਗੇ ਵੀ ਇਹ ਸੇਵਾ ਨਿਰੰਤਰ ਇਸ ਤਰ੍ਹਾਂ ਹੀ ਜਾਰੀ ਰਹੇਗੀ। ਇਹ ਹੁਣ ਨਾ ਇਹ ਉਹਨਾਂ ਨੂੰ ਪਤਾ। ਇਹ ਗੱਲ, ਇਹ ਸ਼ਬਦ ਦਾ ਅਰਥ ਹੈ ਕਿ ਸਾਨੂੰ ਨਹੀਂ ਪਤਾ। ਇਹ ਤਾਂ ਜਦੋਂ ਤੱਕ ਉਹ ਚਾਹਣਗੇ, ਜਦੋਂ ਤੱਕ ਉਹ ਚਾਹਣਗੇ, ਜਦੋਂ ਉਹ ਕਰਾ ਰਹੇ ਨੇ, ਜਿਵੇਂ ਉਹ ਕਰਨਗੇ, ਸਾਨੂੰ ਉਹਦਾ ਕੋਈ ਮਤਲਬ ਨਹੀਂ। ਕਿੱਧਰ ਗਿਆ ਉਹ ਬੱਚਾ ਉਹਦਾ? मेरा कहना हो ना, जब तक वो कराएंगे तो असीं करांगे। 10 कैमरे चल रहे थे महाराज, 10 कैमरे। जब महाराज आए 10 कैमरे बंद हो गए, कोई भी बंदा फोटो नहीं ले पाया। जिसके मन में श्रद्धा थी वो यहाँ खड़ा रहा, दर्शन हो गए। जिसको श्रद्धा नहीं थी वो सारे यहाँ से इधर उधर हो गए, कोई इधर उधर हो गए। और महाराज ने आते ही बाबा जी के ਜਿਹੜੇ ਸੱਚੇ ਮਨ ਨਾਲ ਆਏ ਸੀ ਉਹਨਾਂ ਨੂੰ ਦਰਸ਼ਨ ਹੋ ਗਏ। बाँह फड़ के बाबा जी की कहा है, गुरमुख सिंह जी टाफियाँ नहीं खिलानी। टॉफी तब सिर्फ गाड़ी में पड़ी थी, पैक पड़ी थी, किसी को नहीं पता था टॉफी आई हुई है। महाराज थे तो उन्हें सब जान है, उनको पता था। टॉफियाँ दी, माला मांगी, महाराज ने हाथ पकड़ के, माला नहीं देनी गुरमुख सिंह जी, माला डाली, बस उसके बाद किधर चले गए कुछ नहीं पता लगा। और लंगर में इतनी बरकत हो गई थी कि हम 4-5 दिन लंगर बांटते रहे। उसके बाद लंगर नहीं खत्म हुआ। हमने दूध का पूरा ट्रक वैसे का वैसे रह गया, वैसे का वैसे गुरुद्वारे डालना पड़ा हमें। मतलब आखिरी में इतना थक गए, पूरा पतीले सब्जी वैसे ही दे के आए। बांटते बांटते हम थक गए, मगर लंगर नहीं खत्म हुआ। महाराज की इतनी बरकत बढ़ गई, चरण डाल गए महाराज के। तो फिर ਤਾਂ ਬਿਲਕੁਲ ਜੀ, ਇਹ ਸਨ ਦੀਵਾਨ ਟੋਡਰਮਲ ਜੀ ਦੇ ਪਰਿਵੰਸ਼ ਵਿੱਚੋਂ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ, ਗੁਰਮੁਖ ਸਿੰਘ ਜੀ, ਬਾਬਾ ਗੁਰਮੁਖ ਸਿੰਘ ਜੀ। ਤਾਂ ਉਹਨਾਂ ਨੇ ਦੱਸਿਆ ਕਿ ਜਿਹੜੀ ਲੰਗਰ ਦੀ ਸੇਵਾ ਨਿਰੰਤਰ 30-35 ਸਾਲਾਂ ਤੋਂ ਸਪੈਸ਼ਲ ਦਿੱਲੀ ਤੋਂ ਆ ਕੇ ਜਿਹੜੀ ਸੇਵਾ ਇੱਥੇ ਜਾਰੀ ਹੈ ਨਿਰੰਤਰ। ਕਹਿ ਸਕਦੇ ਹਾਂ ਕਿ ਇੱਥੇ ਉਹਨਾਂ ਨੂੰ ਦਰਸ਼ਨ ਵੀ, ਜਿਹੜੇ ਛੋਟੇ ਸਾਹਿਬਜ਼ਾਦਿਆਂ ਦੇ ਦਰਸ਼ਨ ਵੀ ਹੋਏ ਨੇ, ਕਿ ਜਦ ਤੱਕ ਮਹਾਰਾਜ ਦੀ ਕਿਰਪਾ ਹੋਊਗੀ ਇਹ ਲੰਗਰ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।